श्री वाहिगुरु जी। सतनाम। श्री वाहिगुरु जी। होवै सिफत खसम दी, ਨੂਰ ਅਰਸੋਂ ਕੁਰਸੋਂ ਝਟਿਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰਸਿੱਖ ਸਾਧ ਸੰਗਤ ਜੀ, ਕੋਟਾਨ ਕੋਟ ਧੰਨਵਾਦ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਆਪਣੇ ਪ੍ਰਕਾਸ਼ ਆਸਣਾ ਤੇ ਪ੍ਰਕਾਸ਼ਮਾਨ ਹੋ ਕੇ ਸਾਡੇ ਕਲਯੁਗੀ ਜੀਵਾਂ ਦੇ ਭਲੇ ਦੇ ਵਾਸਤੇ, ਉਧਾਰ ਦੇ ਵਾਸਤੇ ਆਪਣੇ ਬੇਅੰਤ ਭੰਡਾਰਿਆਂ ਦੇ ਵਿੱਚੋਂ ਅਮੋਲਕ ਸ਼ਬਦ ਸਾਡੀ ਝੋਲੀ ਦੇ ਵਿੱਚ ਪਾ ਕੇ ਤੇ ਸਾਨੂੰ ਨਦਰ ਨਿਹਾਲ ਕੀਤਾ ਹੈ। ਕੋਟਾਨ ਕੋਟ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦਾ, ਔਰ ਬਹੁਤ ਸ੍ਰੇਸ਼ਟ ਭਾਗ, ਉੱਚੇ ਭਾਗ ਗੁਰਸਿੱਖ ਸੰਗਤ ਦੇ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲਾ ਸੰਭਾਲਣ ਦਾ ਬੁੱਧ ਔਰ ਬਲ ਬਖਸ਼ਿਸ਼ ਕੀਤਾ ਹੈ। ਔਰ ਆਪ ਜੀ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਪਾਵਨ ਦਰਬਾਰ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਬਹੁਤ ਸ੍ਰੇਸ਼ਟ ਭਾਗ, ਬੜੇ ਉੱਤਮ ਭਾਗ ਆਪ ਸਭ ਗੁਰਸਿੱਖ ਸੰਗਤਾਂ ਦੇ ਤੋ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਉਚਾਰਨ ਕੀਤੇ ਹੋਏ ਕਵਿਤਾਂ ਦੇ ਵਿੱਚ ਗੁਰੂ ਦਾ ਔਰ ਗੁਰੂ ਕੇ ਸਿੱਖ ਦਾ ਪਿਆਰ ਵਰਣਨ ਕਰ ਰਹੇ ਨੇ। ਭਾਈ ਸਾਹਿਬ ਜੀ ਦੱਸ ਰਹੇ ਨੇ ਕਿ ਜਿਹੜੇ ਗੁਰੂ ਕੇ ਸਿੱਖ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਦਰਸ਼ਨ ਦੀਦਾਰ ਕਰਦੇ ਹਨ, ਹਰ ਰੋਜ਼ ਗੁਰੂ ਕੇ ਦਰਬਾਰ ਪਹੁੰਚ ਕਰਕੇ ਸੁਣਦੇ ਨੇ ਸਤਿਗੁਰਾਂ ਕੀ ਅੰਮ੍ਰਿਤਮਈ ਬਾਣੀ, ਸੁਣਦੇ ਨੇ ਸਤਿਗੁਰਾਂ ਦਾ ਅੰਮ੍ਰਿਤਮਈ ਸੰਦੇਸ਼, ਸੁਣਦੇ ਨੇ ਸਤਿਗੁਰਾਂ ਦਾ ਅੰਮ੍ਰਿਤਮਈ ਸੁਨੇਹਾ, ਤੇ ਉਹਨਾਂ ਦਾ ਜੀਵਨ ਫਿਰ ਕੈਸਾ ਹੋ ਜਾਂਦਾ ਹੈ ਜੇਕਰ ਉਹਨਾਂ ਨੂੰ ਕਿਸੇ ਕਾਰਨ
ਅੰਮ੍ਰਿਤ ਵੇਲੇ ਗੁਰੂ ਕੇ ਪਾਵਨ ਦਰਬਾਰ ਪਹੁੰਚਣ ਦਾ ਸੁਭਾਗ ਨਾ ਪ੍ਰਾਪਤ ਹੋਵੇ ਤੇ ਉਹਨਾਂ ਦੀ ਹਾਲਤ ਕੈਸੀ ਹੋ ਜਾਂਦੀ ਏ। ਭਾਈ ਸਾਹਿਬ ਭਾਈ ਗੁਰਦਾਸ ਜੀ ਸਾਨੂੰ ਇਸ ਕਵਿਤਾ ਦੇ ਵਿੱਚ ਸਮਝਾ ਰਹੇ ਨੇ। ਜਿਹੜੇ ਗੁਰੂ ਕੇ ਪਿਆਰੇ, ਜਿਹੜੇ ਗੁਰੂ ਕੇ ਸਿੱਖ ਹਰ ਰੋਜ਼ ਅੰਮ੍ਰਿਤ ਵੇਲਾ ਸੰਭਾਲਦੇ ਨੇ, ਤੇ ਪਾਤਸ਼ਾਹ ਜੀ ਆਖਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਵੀ ਜੇਕਰ ਉਹਨਾਂ ਤੋਂ ਕਿਸੇ ਕਾਰਨ ਵਸ਼ ਅੰਮ੍ਰਿਤ ਵੇਲਾ ਖੁੰਝ ਜਾਏ ਨਾ ਸਾਧ ਸੰਗਤ, ਅੰਮ੍ਰਿਤ ਵੇਲਾ ਨਾ ਸੰਭਾਲਿਆ ਜਾਏ ਤੇ ਉਹਨਾਂ ਦੀ ਹਾਲਤ ਕੈਸੀ ਹੋ ਜਾਂਦੀ ਏ। ਭਾਈ ਸਾਹਿਬ ਜੀ ਸਾਨੂੰ ਇਸ ਕਵਿਤਾ ਦੇ ਵਿੱਚ ਬਾਖੂਬੀ ਸਮਝਾ ਰਹੇ ਨੇ। ਭਾਈ ਸਾਹਿਬ ਜੀ ਆਖਦੇ ਨੇ, ਜਲ ਸਹਿ ਨਿਕਾਸ ਮੀਨ ਰਾਖੀਐ ਪਟੰਬਰ ਮੈਂ। ਧਿਆਨ ਦਿਓ ਸਾਧ ਸੰਗਤ ਜੀ, ਜਲ ਸਹਿ ਨਿਕਾਸ ਮੀਨ ਰਾਖੀਐ ਪਟੰਬਰ ਮੈਂ, ਬਿਨ ਜਲ ਤਲਫ ਤਜਤ ਪ੍ਰਿਆ ਪ੍ਰਾਨ ਹੈ। ਭਾਈ ਸਾਹਿਬ ਜੀ ਪਹਿਲੀ ਉਦਾਹਰਨ ਦੇ ਕੇ ਸਾਨੂੰ ਸਮਝਾ ਰਹੇ ਨੇ। ਭਾਈ ਸਾਹਿਬ ਜੀ ਆਖਦੇ ਨੇ, ਜਿਵੇਂ ਜਲ ਸਹਿ ਨਿਕਾਸ ਮੀਨ, ਮਛਲੀ ਨੂੰ ਪਾਣੀ ਦੇ ਵਿੱਚ ਕੱਢ ਕੇ ਰਾਖੀ ਹੈ ਪਟੰਬਰ ਮੈਂ। ਪਟੰਬਰ ਆਖਦੇ ਨੇ ਸਾਧ ਸੰਗਤ ਜੀ, ਉਹ ਪੱਟ ਤੋਂ ਬਣੇ ਹੋਏ ਕੱਪੜੇ, ਰੇਸ਼ਮ ਤੋਂ ਬਣੇ ਹੋਏ ਕੱਪੜੇ, ਜਾਂ ਕਹਿ ਲਓ ਵੀ ਰੇਸ਼ਮ ਤੋਂ ਬਣੇ ਹੋਏ ਪਹਿਰਾਵੇ। ਭਾਈ ਸਾਹਿਬ ਜੀ ਆਖਦੇ ਨੇ, ਜਲ ਸਹਿ ਨਿਕਾਸ ਮੀਨ ਪਟੰਬਰ ਦੇ ਵਿੱਚੋਂ ਮਛਲੀ ਨੂੰ ਕੱਢ ਕੇ ਤੇ ਰੇਸ਼ਮ ਦੇ ਕੱਪੜਿਆਂ ਦੇ ਵਿੱਚ ਜੇਕਰ ਰੱਖ ਦਿੱਤਾ ਜਾਏ ਨਾ ਸਾਧ ਸੰਗਤ, ਰੇਸ਼ਮ ਦੇ ਪੱਟ ਦੇ ਕੱਪੜਿਆਂ 'ਚ, ਤੇ ਭਾਈ ਸਾਹਿਬ ਜੀ ਆਖਦੇ ਨੇ, ਬਿਨ ਜਲ ਤਲਫ ਤਜਤ ਪ੍ਰਿਆ ਪ੍ਰਾਨ ਹੈ। ਮਛਲੀ ਮੀਨ ਪਾਣੀ ਦੇ ਵਿੱਚੋਂ ਨਿਕਲਦੇ ਸਾਰ ਹੀ ਬਿਨ ਜਲ, ਜਲ ਤੋਂ ਬਿਨਾ ਤਲਫ ਤੜਫ ਕੇ ਤਜਤ ਪ੍ਰਿਆ ਪ੍ਰਾਨ ਹੈ। ਤਜਤ ਦਾ ਭਾਵ ਹੁੰਦਾ ਵੀ ਤਜ ਦੇਣੇ, ਆਪਣੇ ਪ੍ਰਾਣ ਗਵਾ ਦੇਣੇ, ਆਪਣੇ ਪ੍ਰਾਣ ਤਿਆਗ ਦੇਣੇ। ਬਿਨ ਜਲ ਤਲਫ, ਜਲ ਤੋਂ ਬਿਨਾ ਤੜਫ ਤੜਫ ਕੇ ਤਜਤ ਪ੍ਰਿਆ ਪ੍ਰਾਨ ਹੈ, ਆਪਣੇ ਪ੍ਰਾਣ ਤਿਆਗ ਦਿੰਦੀ ਏ ਮਛਲੀ। ਜੇਕਰ ਮਛਲੀ ਨੂੰ ਸਾਧ ਸੰਗਤ ਪਾਣੀ ਦੇ ਤੇ ਰੇਸ਼ਮ ਦੇ ਕੱਪੜਿਆਂ ਦੇ ਵਿੱਚ ਰੱਖ ਦਿੱਤਾ ਜਾਏ, ਰੇਸ਼ਮ ਬੜਾ ਮਹਿੰਗਾ ਹੁੰਦਾ ਹੈ, ਰੇਸ਼ਮ ਦੇ ਕੱਪੜੇ ਬੜੇ ਮਹਿੰਗੇ ਹੁੰਦੇ ਨੇ ਤੇ ਬੜੇ ਆਰਾਮਦਾਈ ਵੀ ਹੁੰਦੇ ਨੇ, ਬੜੇ ਸੋਹਣੇ ਵੀ ਹੁੰਦੇ ਨੇ ਰੇਸ਼ਮ ਦੇ ਕੱਪੜੇ। ਪਰ ਭਾਈ ਸਾਹਿਬ ਜੀ ਆਖਦੇ ਨੇ, ਮਛਲੀ ਦਾ ਜੀਵਨ ਪਾਣੀ ਹੈ। ਮਛਲੀ ਦਾ ਜਿਹੜਾ ਸੰਬੰਧ ਹੈ ਉਹ ਪਾਣੀ ਦੇ ਨਾਲ ਹੈ। ਤੇ ਜੇਕਰ ਅਸੀਂ ਮਛਲੀ ਨੂੰ ਪਾਣੀ ਦੇ ਵਿੱਚੋਂ ਕੱਢ ਕੇ, ਜਲ ਦੇ ਵਿੱਚੋਂ ਕੱਢ ਕੇ ਤੇ ਰੇਸ਼ਮ ਦੇ ਕੱਪੜਿਆਂ ਦੇ ਵਿੱਚ ਵੀ ਰੱਖ ਦਈਏ ਨਾ ਸਾਧ ਸੰਗਤ, ਤੇ ਭਾਈ ਸਾਹਿਬ ਜੀ ਆਖਦੇ ਨੇ, ਪਾਣੀ ਨੂੰ ਛੱਡ ਕੇ ਤੇ ਜਿਵੇਂ ਮਛਲੀ ਤੜਫ ਤੜਫ ਕੇ ਆਪਣੇ ਪ੍ਰਾਣ ਤਿਆਗ ਦਿੰਦੀ ਹੈ ਨਾ, ਤੇ ਭਾਈ ਸਾਹਿਬ ਜੀ ਆਖਦੇ ਨੇ, ਬਿਲਕੁਲ ਇਸੇ ਤਰ੍ਹਾਂ ਜਿਹੜੇ ਗੁਰੂ ਕੇ ਪਿਆਰ ਵਾਲੇ ਸਿੱਖ, ਗੁਰੂ ਨੂੰ ਪਿਆਰ ਕਰਨ ਵਾਲੀਆਂ ਗੁਰਮੁਖ ਰੂਹਾਂ, ਉਹਨਾਂ ਨੂੰ ਸਾਧ ਸੰਗਤ ਜੀ ਆਖਿਆ ਜਾਏ ਨਾ ਵੀ ਤੁਸੀਂ ਅੰਮ੍ਰਿਤ ਵੇਲਾ ਛੱਡ ਦਿਓ, ਰਹਿਣ ਦਿਓ, ਨਾ ਜਾਓ ਗੁਰੂ ਕੇ ਘਰ ਅੰਮ੍ਰਿਤ ਵੇਲੇ। ਤੇ ਭਾਈ ਸਾਹਿਬ ਜੀ ਆਖਦੇ ਫਿਰ ਉਹ ਗੁਰਮੁਖ ਜਨ ਵੀ
ਭਾਵੇਂ ਉਹਨਾਂ ਨੂੰ ਦੁਨੀਆ ਦੇ ਪਦਾਰਥ ਜਿੰਨੇ ਮਰਜ਼ੀ ਮਿਲ ਜਾਣ, ਦੁਨੀਆ ਦੀਆਂ ਖੁਸ਼ੀਆਂ ਜਿੰਨੀਆਂ ਮਰਜ਼ੀ ਪ੍ਰਾਪਤ ਹੋ ਜਾਣ, ਦੁਨੀਆ ਦੇ ਸੁੱਖ ਸੁਨੇਹੇ ਜਿੰਨੇ ਮਰਜ਼ੀ ਪ੍ਰਾਪਤ ਹੋ ਜਾਣ, ਪਰ ਜਿਹੜਾ ਆਨੰਦ ਸਾਧ ਸੰਗਤ ਅੰਮ੍ਰਿਤ ਵੇਲੇ ਦਾ ਨਾ ਬੈਠੇ ਹੋ ਆਪ ਜੀ ਚੌਂਕੜੇ ਮਾਰ ਕੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ, ਜਿਹੜਾ ਆਹ ਸੁੱਖ ਹੈ, ਜਿਹੜਾ ਆਹ ਆਨੰਦ ਹੈ ਸਾਧ ਸੰਗਤ, ਇਹ ਦੁਨੀਆ ਦੇ ਕਿਸੇ ਪਦਾਰਥ ਦੇ ਮੁੱਲ ਨਹੀਂ ਮਿਲ ਸਕਦਾ। ਤੇ ਭਾਈ ਸਾਹਿਬ ਜੀ ਆਖਦੇ ਨੇ, ਜਿਵੇਂ ਮਛਲੀ ਜਲ ਦੇ ਵਿੱਚੋਂ ਨਿਕਲ ਕੇ ਤੜਫ ਕੇ ਪ੍ਰਾਣ ਤਿਆਗ ਦਿੰਦੀ ਏ, ਤੇ ਗੁਰਮੁਖ ਜਨ ਜੇਕਰ ਅੰਮ੍ਰਿਤ ਵੇਲਾ ਨਾ ਸੰਭਾਲਣ ਤੇ ਉਹਨਾਂ ਦਾ ਮਨ ਦੁਨੀਆ ਦੇ ਪਦਾਰਥਾਂ ਦੇ ਵਿੱਚ ਨਹੀਂ ਲੱਗਦਾ। ਇਹ ਨਿਸ਼ਾਨੀ ਦੱਸੀ ਹੈ ਭਾਈ ਸਾਹਿਬ ਹੋਰਾਂ ਨੇ ਗੁਰਸਿੱਖ ਦੀ। ਤੇ ਅੱਗੇ ਇੱਕ ਹੋਰ ਮਿਸਾਲ ਦੇ ਰਹੇ ਨੇ ਭਾਈ ਸਾਹਿਬ ਜੀ, ਸਾਧ ਸੰਗਤ ਜੀ, ਜਿਹੜੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਦੇ ਕਵਿਤ ਨੇ ਨਾ, ਇਹਨਾਂ ਦੀ ਜਿਹੜੀ ਰਚਨਾ ਸ਼ੈਲੀ ਹੈ, ਇਹ ਹਰ ਇੱਕ ਕਵਿਤ ਸਾਧ ਸੰਗਤ ਜੀ 4 ਤੁਕਾਂ ਤੋਂ ਮਿਲ ਕੇ ਤਿਆਰ ਹੋਇਆ। ਪਹਿਲੀਆਂ 3 ਤੁਕਾਂ ਦੇ ਵਿੱਚ ਤੇ ਭਾਈ ਸਾਹਿਬ ਜੀ ਉਦਾਹਰਨ ਦਿੰਦੇ ਨੇ। ਤੁਕ ਦੇ ਵਿੱਚ ਭਾਈ ਸਾਹਿਬ ਜੀ ਨਾਲੇ ਤੇ ਕਵਿਤ ਦਾ ਮੁਕਾ ਕਰ ਦਿੰਦੇ ਨੇ, ਤੇ ਨਾਲੇ ਸਾਧ ਸੰਗਤ ਜੀ ਉਸ ਕਵਿਤ ਦਾ ਨਿਚੋੜ ਕੱਢ ਕੇ ਸਾਡੇ ਸਾਹਮਣੇ ਰੱਖ ਦਿੰਦੇ ਨੇ। ਭਾਈ ਗੁਰਦਾਸ ਜੀ, ਇਹ ਉਹਨਾਂ ਦੀ ਕਵਿਤ ਲਿਖਣ ਸ਼ੈਲੀ ਹੈ। ਤੇ ਅਗਲੀ ਮਿਸਾਲ ਭਾਈ ਸਾਹਿਬ ਜੀ ਦਿੰਦੇ ਨੇ, ਬਨ ਸਹਿ ਪਕਰ ਪੰਛੀ ਪਿੰਜਰੀ ਮੈਂ ਰਾਖੀ ਹੈ। ਧਿਆਨ ਦਿਓ ਸਾਧ ਸੰਗਤ ਜੀ, ਬਨ ਸਹਿ ਪਕਰ ਪੰਛੀ ਪਿੰਜਰੀ ਮੈਂ ਰਾਖੀ ਹੈ, ਤਉ ਬਿਨ ਬਨ ਮਨ ਉਨ ਮਨੋ ਉਨਮਾਨ ਹੈ। ਭਾਈ ਸਾਹਿਬ ਜੀ ਆਖਦੇ ਨੇ ਵੀ ਜੰਗਲ ਦੇ ਵਿੱਚੋਂ ਫੜ ਕੇ ਨਾ ਕਿਸੇ ਪੰਛੀ ਨੂੰ, ਬਨ ਸਹਿ ਪਕਰ ਪੰਛੀ, ਕੋਈ ਆਸਮਾਨ ਦੇ ਵਿੱਚ ਉੱਡਣ ਵਾਲਾ ਪੰਛੀ, ਕੋਈ ਆਸਮਾਨ ਦੇ ਵਿੱਚ ਭ੍ਰਮਣ ਕਰਨ ਵਾਲਾ ਪੰਛੀ, ਖੁੱਲੇ ਆਸਮਾਨ ਦੇ ਵਿੱਚ ਉੱਡਣ ਵਾਲਾ ਕੋਈ ਪੰਛੀ, ਜੇਕਰ ਉਹਨੂੰ ਫੜ ਕੇ ਪਿੰਜਰੀ ਮੈਂ ਰਾਖੀ ਹੈ, ਪਿੰਜਰੇ ਦੇ ਵਿੱਚ ਪਾ ਦਈਏ ਨਾ ਸਾਧ ਸੰਗਤ ਕਿਸੇ ਉੱਡਣ ਵਾਲੇ ਪੰਛੀ ਨੂੰ, ਤੇ ਭਾਵੇਂ ਉਹ ਪਿੰਜਰਾ ਸੋਨੇ ਦਾ ਵੀ ਕਿਉਂ ਨਾ ਹੋਵੇ, ਭਾਵੇਂ ਉਸ ਪਿੰਜਰੇ ਦੇ ਵਿੱਚ ਪੰਛੀ ਨੂੰ ਅਸੀਂ ਚੰਗੇ ਤੋਂ ਚੰਗਾ ਦਾਣਾ ਪ੍ਰੋਵਾਈਡ ਕਰਵਾ ਦਈਏ, ਚੰਗੇ ਤੋਂ ਚੰਗਾ ਚੋਗਾ ਉਸ ਪੰਛੀ ਨੂੰ ਅਸੀਂ ਦੇ ਦਈਏ, ਪਰ ਭਾਈ ਸਾਹਿਬ ਜੀ ਆਖਦੇ ਨੇ ਬਿਨ ਬਨ, ਪਰ ਜੰਗਲ ਦੇ ਪਿਆਰ ਕਰਕੇ ਨਾ ਸਾਧ ਸੰਗਤ ਜੀ, ਖੁੱਲੇ ਆਸਮਾਨ ਦੇ ਵਿੱਚ ਉੱਡਣ ਦੇ ਪਿਆਰ ਕਰਕੇ, ਉਹ ਜਿਹੜਾ ਪਿੰਜਰੇ ਦੇ ਵਿੱਚ ਅਸੀਂ ਪੰਛੀ ਰੱਖਿਆ ਹੋਇਆ ਹੈ, ਉਹ ਪਲ ਪਲ ਸਾਨੂੰ ਉਦਾਸ ਹੀ ਪ੍ਰਤੀਤ ਹੁੰਦਾ ਹੈ। ਬਨ ਸਹਿ ਪਕਰ ਪੰਛੀ ਪਿੰਜਰੀ ਮੈਂ ਰਾਖੀ ਹੈ, ਪਿੰਜਰੇ ਦੇ ਵਿੱਚ ਪਿਆ ਹੋਇਆ ਪੰਛੀ, ਭਾਈ ਸਾਹਿਬ ਜੀ ਆਖਦੇ ਨੇ ਪਲ ਪਲ ਮਨ ਕਰਕੇ ਬਿਆਕੁਲ ਉਦਾਸ ਹੀ ਦਿਸਿਆ ਕਰਦਾ ਹੈ, ਕਿਉਂਕਿ ਜਿਹੜਾ ਸੁਖ, ਜਿਹੜਾ ਆਨੰਦ ਖੁੱਲੇ ਆਸਮਾਨ ਦੇ ਵਿੱਚ ਉੱਡਣ ਦਾ ਹੈ, ਉਹ ਸਾਧ ਸੰਗਤ ਜੀ ਪਿੰਜਰੇ ਦੇ ਵਿੱਚ ਤੇ ਖਤਮ ਹੋ ਗਿਆ। ਪਿੰਜਰੇ ਦੇ ਵਿੱਚ ਪੈ ਕੇ ਤੇ ਸਾਧ ਸੰਗਤ ਜੀ ਪੰਛੀ ਦੀ ਆਜ਼ਾਦੀ ਖਤਮ ਹੋ ਗਈ। ਤੇ ਜਿਸ ਮਨੁੱਖ ਦੀ ਆਜ਼ਾਦੀ ਖਤਮ ਹੋ ਜਾਏ, ਉਹਨੂੰ ਸਾਧ ਸੰਗਤ ਜੀ ਖਾਣ ਦੇ ਵਾਸਤੇ, ਪਹਿਨਣ ਦੇ ਵਾਸਤੇ ਜੋ ਕੁਝ ਮਰਜ਼ੀ ਦੇ ਦਈਏ, ਉਹ ਮਨ ਕਰਕੇ ਕਦੀ ਖੁਸ਼ ਨਹੀਂ ਹੁੰਦਾ। ਜਿਸ ਮਨੁੱਖ ਦੀ ਆਜ਼ਾਦੀ ਖਤਮ ਹੋ ਜਾਏ, ਜਿਹੜਾ ਮਨੁੱਖ ਪਰਾਧੀਨ ਹੋ ਜਾਏ ਨਾ ਸਾਧ ਸੰਗਤ ਜੀ, ਪਰਾ ਅਧੀਨ, ਕਿਸੇ ਹੋਰ ਦੇ ਅਧੀਨ ਹੋ ਜਾਏ,
ਤੇ ਉਹ ਮਨੁੱਖ ਭਾਵੇਂ ਮਹਿਲਾਂ ਦਾ ਮਾਲਕ ਹੋ ਜਾਏ, ਮਾਇਆ ਦਾ ਮਾਲਕ ਹੋ ਜਾਏ, ਪੈਸੇ ਟੱਕੇ ਦਾ ਮਾਲਕ ਹੋ ਜਾਏ, ਪਰ ਭਾਈ ਸਾਹਿਬ ਜੀ ਆਖਦੇ ਨੇ ਉਹ ਮਨ ਕਰਕੇ ਕਦੀ ਖੁਸ਼ ਨਹੀਂ ਹੁੰਦਾ। ਕਿਉਂ? ਕਿਉਂਕਿ ਉਹਦੀ ਆਪਦੀ ਆਜ਼ਾਦੀ ਖਤਮ ਹੋ ਗਈ, ਆਪਦਾ ਆਨੰਦ ਖਤਮ ਹੋ ਗਿਆ। ਤੇ ਭਾਈ ਸਾਹਿਬ ਜੀ ਆਖਦੇ ਨੇ ਬਿਲਕੁਲ ਇਸੇ ਤਰ੍ਹਾਂ ਗੁਰੂ ਦੀ ਪ੍ਰੀਤ ਦੇ ਵਿੱਚ ਉੱਡਣ ਵਾਲਾ ਸਿੱਖ ਗੁਰੂ ਦੀ ਬਾਣੀ ਦੇ ਆਸਰੇ ਖੰਡਾਂ ਬ੍ਰਹਮੰਡਾਂ ਦਾ ਭ੍ਰਮਣ ਕਰਨ ਵਾਲਾ ਗੁਰੂ ਕਾ ਪਿਆਰਾ, ਇਹ ਟੁੱਟੇ ਨਾ ਸਾਧ ਸੰਗਤ ਜੀ ਸਤ ਸੰਗਤ ਦੇ ਨਾਲੋਂ। ਤੇ ਫਿਰ ਜਿਵੇਂ ਪੰਛੀ ਪਿੰਜਰੇ ਦੇ ਵਿੱਚ ਪਿਆਕੁਲ ਤੇ ਉਦਾਸ ਨੂੰ ਭਾਈ ਸਾਹਿਬ ਜੀ ਆਖੇ ਸੰਸਾਰ ਰੂਪ ਪਿੰਜਰੇ ਦੇ ਵਿੱਚ ਪਾ ਕੇ ਮਨ ਦੁਖੀ ਤੇ ਉਦਾਸ ਪ੍ਰਤੀਤ ਹੁੰਦਾ ਹੈ, ਐਸਾ ਫਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਪ ਕਵਿਤ ਵਿੱਚ ਸਾਨੂੰ ਸੁਣੇ ਨੇ। ਤੇ ਭਾਈ ਸਾਹਿਬ ਜੀ ਇੱਕ ਹੋਰ ਤੀਜੀ ਉਦਾਹਰਨ ਸੰਕੀ ਦੇ ਰਹੇ ਨੇ। ਭਾਈ ਸਾਹਿਬ ਜੀ ਆਖਦੇ ਨੇ ਭਾਮਨੀ ਪਤਾਰ ਵਿਛੁਰਤ ਅਤ ਛੀਨ ਦੀਨ, ਬਿਲਖ ਬਾਹੇ ਭਵਨ ਭਿਆਨ ਹੈ। ਧਿਆਨ ਦਿਓ ਸਾਧ ਸੰਗਤ ਜੀ, ਭਾਮਨੀ ਤਾਰ ਵਿਛੁਰਤ ਅਤ ਛੀਨ ਦੀਨ, ਬਿਲਖ ਬਦਨ ਤਾਹੇ ਭਵਨ ਭਿਆਨ ਹੈ। ਭਾਈ ਸਾਹਿਬ ਜੀ ਆਖਦੇ ਨੇ ਬਈ ਜਿਸ ਤਰ੍ਹਾਂ ਭਾਮਨੀ ਪਤਾਰ ਵਿਛਰਤ ਭਾਵ ਇਸਤਰੀ ਆਪਣੇ ਪਤੀ ਦੇ ਨਾਲੋਂ ਵਿਛੜ ਕੇ ਅਤ ਛੀਨ ਦੀਨ, ਜਿਸ ਤਰ੍ਹਾਂ ਪਤੀ ਔਰ ਪਤਨੀ ਦੀ ਆਪਸ ਦੇ ਵਿੱਚ ਗਹਿਰੀ ਪ੍ਰੀਤ ਹੋਵੇ, ਡੂੰਘੀ ਪ੍ਰੀਤ ਹੋਵੇ, ਪਤੀ ਔਰ ਪਤਨੀ ਦੇ ਵਿੱਚ ਕੋਈ ਭੇਦ ਭਾਵ ਨਾ ਹੋਵੇ, ਦੋਵਾਂ ਦੇ ਵਿੱਚ ਕੋਈ ਓਲਾ ਪਰਦਾ ਨਾ ਹੋਵੇ ਦੋਵਾਂ ਦੇ ਵਿੱਚ। ਤੇ ਭਾਈ ਸਾਹਿਬ ਜੀ ਆਖਦੇ ਨੇ ਫਿਰ ਐਸੀ ਪਤਨੀ, ਐਸੀ ਔਰਤ ਜੇਕਰ ਵਿਛੜ ਜਾਏ ਨਾ ਆਪਣੇ ਪਤੀ ਦੇ ਨਾਲੋਂ, ਵਿਛੋੜਾ ਪੈ ਜਾਏ ਪਤੀ ਦਾ, ਜਾਂ ਪਤੀ ਕਿਤੇ ਵਿਦੇਸ਼ ਚਲਾ ਜਾਏ, ਤੇ ਭਾਈ ਸਾਹਿਬ ਜੀ ਆਖਦੇ ਨੇ ਫਿਰ ਉਹ ਪਿਆਰ ਦੇ ਵਿੱਚ ਰੰਗੀ ਹੋਈ ਔਰਤ, ਪਿਆਰ ਦੇ ਵਿੱਚ ਰਤੀ ਹੋਈ ਇਸਤਰੀ, ਆਪਣੇ ਪਤੀ ਦੇ ਪਿਆਰ ਦੇ ਵਿੱਚ ਰੰਗੀ ਹੋਈ ਇਸਤਰੀ ਅਤਿਅੰਤ ਦੁਬਲੀ ਤੇ ਦੀਨ ਹੋ ਜਾਂਦੀ ਹੈ। ਦੁਬਲੀ ਦਾ ਭਾਵ ਹੁੰਦਾ ਸਾਧ ਸੰਗਤ ਜੀ ਪਤਲੀ ਹੋ ਜਾਣਾ। ਵਿਛੋੜੇ ਵਿੱਚ ਖਾਣ ਪੀਣ ਘਟ ਗਿਆ ਤੇ ਖਾਣ ਪੀਣ ਘਟਣ ਕਰਕੇ ਸਰੀਰ ਕਮਜ਼ੋਰ ਹੋ ਗਿਆ, ਸਰੀਰ ਵੀ ਦੁਬਲਾ ਪਤਲਾ ਹੋ ਗਿਆ। ਤੇ ਪਤੀ ਤੋਂ ਬਿਨਾਂ ਆਤੁਰ ਹੋਈ ਰਹਿੰਦੀ ਏ ਪਤਨੀ, ਤੇ ਉਹਦਾ ਬਿਲਖ ਬਦਨ ਤਾਹੇ ਭਵਨ ਭਿਆਨ ਹੈ। ਭਾਈ ਸਾਹਿਬ ਜੀ ਆਖਦੇ ਨੇ ਜਿਹੜਾ ਉਹਦਾ ਬਦਨ ਹੈ, ਉਹਦਾ ਸਰੀਰ ਹੈ, ਉਹ ਦੁਬਲਾ ਪਤਲਾ ਹੋ ਗਿਆ ਪਤੀ ਦੇ ਵਿਛੋੜੇ ਦੇ ਵਿੱਚ, ਤੇ ਸਦੀਵ ਉਹਦੇ ਚਿਹਰੇ ਤੇ ਉਦਾਸੀ ਦਾ ਰੰਗ ਪ੍ਰਤੀਤ ਹੁੰਦਾ ਹੈ। ਸਦੀਵ ਆਪਣੇ ਪਤੀ ਦਾ ਜਿਹੜਾ ਵਿਛੋੜਾ ਹੈ ਉਹ ਔਰਤ ਦੇ ਚਿਹਰੇ ਤੇ ਪ੍ਰਤੱਖ ਵੇਖਿਆ ਜਾ ਸਕਦਾ ਹੈ। ਉਹਦੇ ਚਿਹਰੇ ਤੋਂ ਝੋਰੇ ਦੇ ਲੱਛਣ ਸਪਸ਼ਟ ਪੜ੍ਹੇ ਜਾ ਸਕਦੇ ਨੇ। ਜਿਸ ਔਰਤ ਦਾ ਪਤੀ ਦੇ ਨਾਲੋਂ ਵਿਛੋੜਾ ਪੈ ਗਿਆ, ਤੇ ਭਾਈ ਸਾਹਿਬ ਜੀ ਆਖਦੇ ਨੇ ਭਵਨ ਭਿਆਨ ਹੈ। ਜਿਸ ਘਰ ਦੇ ਵਿੱਚ, ਜਿਸ ਭਵਨ ਦੇ ਵਿੱਚ, ਜਿਸ ਵਿਹੜੇ ਦੇ ਵਿੱਚ ਸਾਧ ਸੰਗਤ ਭਾਈ ਸਾਹਿਬ ਜੀ ਆਖਦੇ ਨੇ ਜਦੋਂ ਪਤੀ ਸੀ ਨਾ, ਤੇ ਉਹ ਵਿਹੜਾ ਵੀ ਸੁਹਾਵਣਾ, ਘਰ ਦੇ ਜਿੰਨੇ ਵੀ ਕਮਰੇ ਨੇ ਉਹ ਵੀ ਸੁਹਾਵਣੇ, ਸਮੁੱਚਾ ਘਰ ਸੋਹਣਾ ਲੱਗਦਾ ਹੈ।
ਪਰ ਭਾਈ ਸਾਹਿਬ ਜੀ ਆਖਦੇ ਨੇ, ਵਿਚਰਤ ਪਧਾਰ ਤਾਹੇ ਭਵਨ ਭਿਆਨ ਹੈ। ਉਹ ਜਿਹੜਾ ਘਰ ਆਪਣੇ ਪਤੀ ਦੇ ਨਾਲ ਸੋਹਣਾ ਲੱਗਦਾ ਹੈ, ਜਿਹੜਾ ਘਰ ਆਪਣੇ ਪਤੀ ਦੇ ਨਾਲ ਸੁਹਾਵਣਾ ਲੱਗਦਾ ਹੈ, ਜਿਨ੍ਹਾਂ ਘਰਾਂ ਦੇ ਵਿੱਚੋਂ ਪਤੀ ਦੇ ਹੁੰਦਿਆਂ ਮਹਿਕਾਂ ਆਉਂਦੀਆਂ ਨੇ, ਤੇ ਭਾਈ ਸਾਹਿਬ ਜੀ ਆਖਦੇ ਨੇ, ਜੇਕਰ ਪੈ ਜਾਏ ਨਾ ਵਿਛੋੜਾ, ਤੇ ਫਿਰ ਸੋਹਣਾ ਲੱਗਣ ਵਾਲਾ ਘਰ ਭਿਆਨ ਹੈ, ਭਿਆਨਕ ਲੱਗਣ ਲੱਗ ਜਾਂਦਾ, ਡਰਾਵਣਾ ਲੱਗਣ ਲੱਗ ਜਾਂਦਾ ਪਤੀ ਤੋਂ ਬਿਨਾਂ। ਇਹ ਸਾਧ ਸੰਗਤ ਜੀ ਉਸ ਪ੍ਰਮਾਤਮਾ ਨੇ ਖੇਡ ਬਣਾਈ ਹੈ। ਉਸ ਪ੍ਰਮਾਤਮਾ ਨੇ ਸੰਸਾਰ ਰਚਿਆ, ਇਸੇ ਤਰ੍ਹਾਂ ਦਾ ਰਚਿਆ। ਭਾਈ ਸਾਹਿਬ ਜੀ ਆਖਦੇ ਨੇ, ਭਾਮਨੀ ਪਧਾਰ ਵਿਚਰਤ ਅਤ ਛੀਨ ਦੀਨ, ਬਿਲਖ ਬਦਨ ਤਾਹੇ ਭਵਨ ਭਿਆਨ ਹੈ। ਸੋਹਣਾ ਲੱਗਣ ਵਾਲਾ ਘਰ ਅੱਜ ਪਤੀ ਘਰ ਦੇ ਵਿੱਚ ਨਹੀਂ, ਤੇ ਉਹੀ ਜਿਹੜੇ ਕਮਰੇ, ਜਿਹੜੇ ਮਹਿਲ ਸੋਹਣੇ ਲੱਗਦੇ ਸੀ, ਸੁਹਾਵਣੇ ਲੱਗਦੇ ਸੀ, ਅੱਜ ਉਹ ਡਰਾਵਣੇ ਲੱਗ ਰਹੇ ਨੇ। ਕਿਉਂ ਲੱਗ ਰਹੇ ਨੇ? ਕਿਉਂਕਿ ਘਰ ਦੇ ਵਿੱਚ ਪਤੀ ਨਹੀਂ। ਤੇ ਭਾਈ ਸਾਹਿਬ ਜੀ ਆਖਦੇ ਨੇ, ਬਿਲਕੁਲ ਇਸੇ ਤਰ੍ਹਾਂ ਤੈਸੇ ਗੁਰਸਿੱਖ ਬਿਰਤ ਸਾਧ ਸੰਗਤ ਸੈ, ਜੀਵਨ ਜਤਨ ਬਿਨ ਸੰਗਤ ਨ ਆਨ ਹੈ। ਭਾਈ ਸਾਹਿਬ ਜੀ ਆਖਦੇ ਨੇ, ਬਿਲਕੁਲ ਇਸੇ ਤਰ੍ਹਾਂ ਜਿਵੇਂ ਮਛਲੀ ਜਲ ਤੋਂ ਬਾਹਰ ਨਿਕਲ ਕੇ ਆਪਣੇ ਪ੍ਰਾਣ ਤਿਆਗ ਦਿੰਦੀ ਏ, ਜਿਵੇਂ ਕੋਈ ਪੰਛੀ ਪਿੰਜਰੇ ਦੇ ਵਿੱਚ ਪੈ ਕੇ ਵਿਆਕੁਲ ਹੋ ਜਾਂਦਾ ਹੈ, ਜਾਂ ਜਿਵੇਂ ਔਰਤ ਦਾ ਪਤੀ ਘਰੋਂ ਚਲਾ ਜਾਏ, ਔਰਤ ਵਿਆਕੁਲ ਹੋ ਜਾਂਦੀ ਏ, ਉਦਾਸ ਹੋ ਜਾਂਦੀ ਏ। ਭਾਈ ਸਾਹਿਬ ਜੀ ਆਖਦੇ ਨੇ, ਬਿਲਕੁਲ ਇਸੇ ਤਰ੍ਹਾਂ ਜਿਹੜਾ ਗੁਰਸਿੱਖ ਹੈ ਨਾ, ਸਾਧ ਸੰਗਤ ਜੀ, ਗੁਰੂ ਦਾ ਪਿਆਰਾ, ਤੇ ਜੇਕਰ ਉਹ ਸਾਧ ਸੰਗਤ ਤੋਂ ਵਿਛੜ ਜਾਏ, ਅੰਮ੍ਰਿਤ ਵੇਲੇ ਤੋਂ ਵਿਛੜ ਜਾਏ, ਸੰਗਤ ਤੋਂ ਵਿਛੜ ਜਾਏ, ਤੇ ਭਾਈ ਸਾਹਿਬ ਜੀ ਆਖਦੇ ਨੇ, ਜੀਵਨ ਜਤਨ ਬਿਨ ਸੰਗਤ ਨਾ ਆਨ ਹੈ। ਉਸ ਗੁਰੂ ਕੇ ਸਿੱਖ ਦਾ, ਉਸ ਗੁਰੂ ਦੇ ਪਿਆਰੇ ਦਾ ਜੀਵਨ ਖਾਕ ਵਰਗਾ ਹੋ ਜਾਂਦਾ ਸਤ ਸੰਗਤ ਤੋਂ ਬਿਨਾਂ। ਜਿਸ ਗੁਰੂ ਦੇ ਪਿਆਰੇ ਦੇ ਮਨ ਦੇ ਵਿੱਚ ਗੁਰੂ ਦੀ ਪ੍ਰੀਤ ਹੈ, ਜਿਹੜੀ ਗੁਰਮੁਖ ਰੂਹ ਰੰਗੀ ਗਈ ਰੱਬ ਦੇ ਰੰਗ ਦੇ ਵਿੱਚ, ਭਾਈ ਸਾਹਿਬ ਜੀ ਆਖਦੇ ਨੇ, ਫਿਰ ਉਹਦਾ ਜਿਉਣਾ ਸਤ ਸੰਗਤ ਤੋਂ ਬਿਨਾਂ ਇਸ ਤਰ੍ਹਾਂ ਹੈ ਕਿ ਜਿਵੇਂ ਕੋਈ ਫੁੱਲ ਤੇ ਹੋਵੇ ਸੋਹਣਾ, ਪਰ ਉਹਦੇ 'ਚ ਕੁਛ ਹੋਵੇ, ਜਿਵੇਂ ਕੋਈ ਔਰਤ ਤੇ ਹੋਵੇ ਅੰਤਾਂ ਦੀ ਸੋਹਣੀ, ਪਰ ਉਹਦੇ ਉਦਰ ਤੋਂ ਬੱਚਾ ਨਾ ਪੈਦਾ ਹੁੰਦਾ ਹੋਵੇ। ਸਾਧ ਸੰਗਤ, ਭਾਈ ਸਾਹਿਬ ਜੀ ਆਖਦੇ ਨੇ, ਉਸ ਗੁਰੂ ਕੇ ਪਿਆਰੇ ਦਾ ਜੀਵਨ, ਉਸ ਗੁਰੂ ਕੇ ਪਿਆਰੇ ਦਾ ਜੀਵਨ ਬਿਲਕੁਲ ਇਸ ਤਰ੍ਹਾਂ ਹੋਏਗਾ। ਸਤ ਸੰਗਤ ਦਾ ਇਹ ਮਹੱਤਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ ਸਾਨੂੰ ਇਸ ਕਵਿਤ ਦੇ ਵਿੱਚ ਸਾਧ ਸੰਗਤ ਜੀ, ਸਤ ਸੰਗਤ ਦਾ ਮਹੱਤਵ ਸਮਝਾਇਆ ਹੈ ਵੀ ਸਤ ਸੰਗਤ ਕੀ ਹੈ ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚ। ਤੇ ਸਾਧ ਸੰਗਤ ਜੀ ਬਹੁਤ ਸ੍ਰੇਸ਼ਟ ਭਾਗ ਆਪਣੇ ਸਾਰਿਆਂ ਦੇ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨਿੱਤਾ ਵੀ ਹਰ ਰੋਜ਼ ਬਖਸ਼ਿਸ਼ ਕਰਦੇ ਨੇ। ਸੰਗਤ ਦੀਆਂ ਘੜੀਆਂ ਲਾਉਂਦੇ ਨੇ ਮੱਥੇ ਸਤਿਗੁਰੂ ਜੀ ਆਪਣੇ ਅੰਮ੍ਰਿਤ ਵੇਲੇ। ਗੁਰੂ ਦੇ ਮੱਥੇ ਲੱਗੀਏ ਨਾ ਸਾਧ ਸੰਗਤ, ਤੇ ਸਾਰਾ ਦਿਨ ਜਿਹੜੇ ਕਾਰਜ ਨੇ ਉਹ ਆਪਣੇ ਆਪ ਰਾਸ ਹੁੰਦੇ ਨੇ। ਅੰਮ੍ਰਿਤ ਵੇਲੇ ਲੱਗੀਏ ਗੁਰੂ ਦੇ ਮੱਥੇ,
ਕਿ ਸਾਧ ਸੰਗਤ ਫਿਰ ਭਾਵੇਂ ਜਿਹੜਾ ਮਰਜ਼ੀ ਮੱਥੇ ਲੱਗ ਜਾਏ, ਕਾਰਜ ਖਰਾਬ ਨਹੀਂ ਹੁੰਦੇ, ਬਲਕਿ ਰਾਸ ਹੋਣੇ ਸ਼ੁਰੂ ਹੋ ਜਾਂਦੇ ਨੇ। ਤੋ ਕਲਗੀਧਰ ਪਾਤਸ਼ਾਹ ਮਹਾਰਾਜ ਰਹਿਮਤਾਂ ਬਣਾਈ ਰੱਖਣ ਗੁਰੂ ਕੀ ਸੰਗਤ ਤੇ, ਆਪਣੇ ਪਾਵਨ ਚਰਨਾਂ ਦੇ ਨਾਲ ਜੋੜੀ ਰੱਖਣ ਸੱਚੇ ਪਾਤਸ਼ਾਹ ਸੰਗਤ ਨੂੰ, ਜੋੜੀ ਰੱਖਣ ਸੱਚੇ ਪਾਤਸ਼ਾਹ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੇ ਨਾਲ। ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਬਰਸਾ ਕੇ ਸਾਨੂੰ ਆਪਣੇ ਪਾਵਨ ਚਰਨਾਂ ਦੇ ਨਾਲ ਲਾ ਕੇ, ਸਾਡੇ ਭਾਗ ਸ੍ਰੇਸ਼ਟ ਬਣਾ ਕੇ, ਸਤਿਗੁਰੂ ਜੀ ਸਾਨੂੰ ਖੁਸ਼ੀਆਂ ਬਖਸ਼ਿਸ਼ ਕਰਦੇ ਰਹਿਣ, ਨਗਰ ਦੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਰਹਿਣ ਸੱਚੇ ਪਾਤਸ਼ਾਹ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਜੀ।